अदा करते। और पंजाबी दे दो शेर देखो कि लोकी गल्लां कर लेंदे तां की होना सी, लोकी गल्लां कर लेंदे तां की होना सी, आपां दोवें जर लेंदे तां की होना सी। वेला सोहना लंघदा जांदा है कुल्ली विच, वेला सोहना लंघदा जांदा है कुल्ली विच, चन्न उत्ते भी घर लेंदे तां की होना सी। माड़े सारी उमरां सीस निवाणा सी, माड़े सारी उमरां सीस निवाणा सी, जितण वाले हर लेंदे तां की होना सी। लोकी गल्लां कर लेंदे तां की होना सी। पंजाबी शायर नूर आलम होशियारपुरी, पैदाइश 1935, ज़िला होशियारपुर, तहसील सुविया, आलमपुर कोटला। शायरी का शौक उन्हें बचपन से ही था। बदकिस्मती से वो स्कूल बिल्कुल भी ना जा सके। इसके बावजूद उर्दू पंजाबी लिख भी लेते, पढ़ भी लेते। शुरू में किस्से लिखे, लेकिन उनका आखिर तक नात की तरफ रुझान था। अरसा 40 साल से शहर टोबा टैक्सी में उस जगह पर शूज़ रिपेयरिंग का काम करते रहे, जिसे दोस्तों ने डेरा सजनादा नाम दिया। इस जगह को वही अहमियत हासिल है जो लाहौर में पाक टी हाउस को है। ਜਿਹੜਾ ਹੈਗਾ ਆ ਜਿੱਥੇ ਤੁਸੀਂ ਬੈਠੇ ਹੋਏ ਹੋ, ਇਹ ਮੇਰੇ ਵਾਲਿਦ ਸਾਹਿਬ ਪੰਜਾਬੀ ਦੇ ਸ਼ਾਇਰ ਨੂਰ ਆਲਮ ਹੁਸ਼ਿਆਰਪੁਰੀ ਰਹਿਮਤੁल्लाह अलैह, ਉਹਨਾਂ ਦਾ ਡੇਰਾ ਵਾ ਜੀ। ਤੇ ਉਹ ਇੱਥੇ ਪਹਿਲੇ ਕੰਮ ਕਰਦੇ ਸਨ, ਜਿੱਥੇ ਹੁਣ ਮੈਂ ਅੱਜ ਕੱਲ੍ਹ ਉਹਨਾਂ ਦੀ ਜਗ੍ਹਾ ਤੇ ਬੈਠਾ ਹੋਇਆ। ਤੇ ਅਲਹਮਦੁਲਿਲਾ ਉਹਨਾਂ ਨੇ ਬਹੁਤ ਅੱਛਾ ਟਾਈਮ ਗੁਜ਼ਾਰਿਆ ਇੱਥੇ। ਹੁਸ਼ਿਆਰਪੁਰ ਤੋਂ ਆਏ ਸਨ, ਤਹਿਸੀਲ ਦਸੂਹਾ, ਪਿੰਡ ਆਲਮਪੁਰ ਕੋਟਲੇ ਤੋਂ ਮਾਈਗ੍ਰੇਟ ਹੋ ਕੇ ਫਿਰ ਇੱਧਰ ਆ ਗਏ। ਇੱਧਰ ਆਣ ਕੇ ਫਿਰ ਹੋਰ ਕਾਫੀ ਸਾਰੇ ਕਾਰੋਬਾਰ ਕੀਤੇ, ਮੁੜ ਕੇ ਫਿਰ ਇੱਥੇ ਸ਼ਹਿਰ ਅੱਡਾ ਲਗਾਇਆ ਆਪਣਾ। ਫਿਰ ਚੂੰਕਿ ਉਹਨਾਂ ਦਾ ਰੁਝਾਨ ਲਿਖਣ ਲਿਖਾਣ ਨਾਲ ਸੀਗਾ, ਤਾਂ ਬਸ ਫਿਰ कुछ दोस्त अहबाब जमा होना शुरू हो गए, सहाफ़ी हजरात, शायर हजरात। ताहर आलम होशियारपुरी कहते हैं, मैंने मैट्रिक आला दर्जे में पास किया। मुझे एयरफोर्स से इश्क था, जो सिलेक्शन के बावजूद नामालूम वजह से अधूरा रहा। टेक्सटाइल को मैंने अपनी ज़िंदगी के 15-16 साल दिए। कोरियन ज़बान सीखी, लेकिन वालिद साहब की वफ़ात के बाद उनका काम संभाल लिया, मगर शायरी ने मेरा साथ न छोड़ा। शायरी मेरे खून में आज भी शामिल है। बज़्म नूर आलम के नाम से अदबी तंजीम भी बनाई है, और शहरियों का यही कहना है, ऐसे शायर को आला सतह पर लेकर आना ज़िला इंतज़ामिया की जिम्मेदारी बनती है। आहिस्ता आहिस्ता फिर उन्होंने कोल ਦੋਸਤਾਂ ਦਾ ਇੱਕ ਜੰਮੇ ਗਫੀਰ ਬੈਠਦਾ ਹੁੰਦਾ ਸੀ ਡੇਲੀ। ਇਸ ਜਗ੍ਹਾ ਨੂੰ ਡੇਰਾ ਸਜਣਾ ਦਾ ਨਾਮ ਦਿੱਤਾ। ਹੁਣ ਵੀ ਮਾਸ਼ਾਅੱਲਾ ਬਹੁਤ ਸਾਰੇ ਦੋਸਤ ਹੈਗੇ ਨੇ, ਸ਼ੋਰਾ ਕਰਾਮ, ਜਿਹੜੇ ਵੀ ਅਦਬ ਨਾਲ ਤਲਕ ਰੱਖਦੇ ਨੇ, ਉੱਥੇ ਆਉਂਦੇ ਨੇ। ਵਾਲਿਦ ਸਾਹਿਬ ਦਾ ਇੱਕ ਬੜਾ ਮਸ਼ਹੂਰ ਸ਼ੇਰ ਹੈਗਾ ਜੀ ਕਿ ਯਾਦ ਕਰੇ ਬਈ ਹਰ ਕੋਈ ਤੈਨੂੰ, ਐਸਾ ਕੰਮ ਕੋਈ ਕਰਕੇ ਜਾ, ਸਦਾ ਰਹੇ ਨੂਰ ਆਲਮ ਜ਼ਿੰਦਾ, ਐਸਾ ਜੱਗ ਤੋਂ ਮਰ ਕੇ ਜਾ। ਤਾਂ ਉਹਨਾਂ ਦੀ ਵਫਾਤ ਤੋਂ ਕੁਝ ਅਰਸਾ ਪਹਿਲੇ ਮੈਂ ਤਾਂ ਚੂੰਕਿ ਟੈਕਸਟਾਈਲ ਪਰਸਨ ਹੈਗਾ ਵਾ, ਮੈਂ ਆਪਣੀ ਜ਼ਿੰਦਗੀ ਦੇ ਕੋਈ 18-19 ਸਾਲ ਟੈਕਸਟਾਈਲ ਨੂੰ ਦਿੱਤੇ। ਫਿਰ ਮੈਂ ਕੋਰੀਅਨ ਲੈਂਗੁਏਜ ਕੀਤੀ, ਮੈਂ ਬਾਹਰ ਜਾਣਾ ਸੀਗਾ। ਉਹ ਫਿਰ ਥੋੜ੍ਹੇ ਜਿਹੇ ਬਿਮਾਰ ਹੋਏ ਤਾਂ ਉਹਨਾਂ ਨੇ ਕਿਹਾ ਕਿ ਯਾਰ ਇਸ ਜਗ੍ਹਾ 'ਤੇ ਉਤਰਨਾ, ਚੂੰਕਿ ਮੇਰਾ ਰੁਝਾਨ ਵੀ ਲਿਖਣ ਲਿਖਾਣ ਨਾਲ ਸੀਗਾ। ਮੈਂ ਕਿਹਾ ਯਾਰ ਬਾਹਰ ਨਾ ਜਾ, ਤੇ ਮੇਰਾ ਨਾ ਜਿਹੜਾ ਡੇਰਾ ਹੈਗਾ ਵਾ ਉਹਨੂੰ ਸੰਭਾਲ ਲਾ, ਤੇ ਤਾਂ ਕਿ ਮੇਰਾ ਨਾਮ ਵੀ ਚੱਲਦਾ ਰਹੇਗਾ, ਤੇਰਾ ਵੀ ਜਿਹੜਾ ਹੈਗਾ ਉਹ ਸਿਲਸਿਲਾ ਲਿਖਣ ਲਿਖਾਣ ਨਾਲ ਹੈਗਾ ਆ, ਤੇਰੀ ਵੀ ਤਸਕੀਨ ਹੁੰਦੀ ਰਹੇਗੀ। ਤਾਂ ਬਸ ਜੀ ਫਿਰ ਉਸ ਤੋਂ ਬਾਅਦ ਇਹ ਸਿਲਸਿਲਾ ਚੱਲ ਰਿਹਾ ਤੇ ਅਲਹਮਦੁਲਿਲਾ ਫਿਰ ਦੋਸਤ ਅਹਬਾਬ ਆਉਂਦੇ ਨੇ, ਮਹਿਫਲ ਜੰਮਦੀ ਏ ਇੱਥੇ, ਤੇ ਅਸੀਂ ਵੀ ਜਾਈਦਾ ਵੀ ਆ ਪੜ੍ਹਨ ਛੜਨ ਮੁਸ਼ਾਰਿਆਂ ਦੇ ਵਿੱਚ, ਅੱਗੇ ਪਿੱਛੇ ਸਾਰਾ ਜਿਹੜਾ ਹੈਗਾ ਸਿਲਸਿਲਾ। ਉਹਨਾਂ ਦੇ ਵਫਾਤ ਤੋਂ ਬਾਅਦ ਫਿਰ ਮੈਂ ਇੱਕ ਤਨਜ਼ੀਮ ਬਣਾਈ ਸੀ ਉਹਦੇ ਨਾਮ ਤੋਂ, ਬਜ਼ਮ ਨੂਰ ਆਲਮ, ਉਹਦਾ ਮੈਂ ਸਦਰ ਹੈਗਾ। ਤੇ ਬਹੁਤ ਸਾਰੇ ਦੋਸਤ ਹੈਗੇ ਉਹਦੇ ਵਿੱਚ, ਇਨਵੋਲਵਮੈਂਟ ਹੈਗੀ ਸਾਡੀ, ਅਲਹਮਦੁਲਿਲਾ ਸਿਲਸਿਲਾ ਚੱਲ ਰਿਹਾ ਹੈ। ਬਸ ਇਸੇ ਤਰ੍ਹਾਂ ਹੀ ਹੈਗਾ ਕਿ
ਬਾਕੀ ਸ਼ੇਰ ਹਾਂ ਇੱਕ ਉਰਦੂ ਦਾ ਸ਼ੇਰ ਤੁਹਾਨੂੰ ਸੁਣਾਵਾਂਗਾ ਆਪਣਾ, ਤੇ ਇੱਕ ਦੋ ਪੰਜਾਬੀ ਦੇ ਕਿ तुम भी कब तक भला वफा करते, तुम भी कब तक भला वफा करते, उम्र गुजरी थी बस दगा करते, मैंने माना कि मैं हूँ कुछ भी नहीं, मैंने माना कि मैं हूँ कुछ भी नहीं, मेरी निस्बत का तो हया करते, मैंने माना कि मैं हूँ कुछ भी नहीं, मेरी निस्बत का तो हया करते। और पंजाबी दे दो शेर देखो कि ਲੋਕੀ ਗੱਲਾਂ ਕਰ ਲੈਂਦੇ ਤਾਂ ਕੀ ਹੋਣਾ ਸੀ, ਲੋਕੀ ਗੱਲਾਂ ਕਰ ਲੈਂਦੇ ਤਾਂ ਕੀ ਹੋਣਾ ਸੀ, ਆਪਾਂ ਦੋਵੇਂ ਜਰ ਲੈਂਦੇ ਤਾਂ ਕੀ ਹੋਣਾ ਸੀ, ਵੇਲਾ ਸੋਹਣਾ ਲੰਘਦਾ ਜਾਂਦਾ ਹੈ ਕੁੱਲੀ ਵਿੱਚ, ਵੇਲਾ ਸੋਹਣਾ ਲੰਘਦਾ ਜਾਂਦਾ ਹੈ ਕੁੱਲੀ ਵਿੱਚ, ਚੰਨ ਉੱਤੇ ਵੀ ਘਰ ਲੈਂਦੇ ਤਾਂ ਕੀ ਹੋਣਾ ਸੀ, ਮਾੜੇ ਸਾਰੀ ਉਮਰਾਂ ਸੀਸ ਨਿਵਾਣਾ ਸੀ, ਮਾੜੇ ਸਾਰੀ ਉਮਰਾਂ ਸੀਸ ਨਿਵਾਣਾ ਸੀ, ਜਿੱਤਣ ਵਾਲੇ ਹਰ ਲੈਂਦੇ ਤਾਂ ਕੀ ਹੋਣਾ ਸੀ, ਲੋਕੀ ਗੱਲਾਂ ਕਰ ਲੈਂਦੇ ਤਾਂ ਕੀ ਹੋਣਾ ਸੀ, ਆਪਾਂ ਦੋਵੇਂ ਜਰ ਲੈਂਦੇ ਤਾਂ ਕੀ ਹੋਣਾ ਸੀ। कैमरामैन रशीद अंजम के साथ जवाद नासिर, डिस्ट्रिक्ट न्यूज़ टीवी, टोबा टेक सिंह।